बोले सोने हाल सासवी अकाल। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। आज हमारे धने भाग प्रभ संगी मिल खेलन लाग। होली कीनी संत सेवा रंग लागा अत लाल देवा। लाल रंग तिसको लगा जिसके वड भागा। मैला कदे ना होवई नह लागै दागा। जाको हर रंग लागो इस जुग मह सो कहियत है सूरा। आत्म जिण सगल बस ताकै जाका सतगुर पूरा। सो कहो टल गुर सेविय अहनिस सहज सुभाय। दर्शन परसै गुरु कै जन्म मरण दुख जाय। होवै सिफत खसम दी नूर अरसो कुरसो चटिया। तुद डिठे सच्चे पातशाह माल जन्म जन्म दी कटिया। सज्जन सच्चा पातशाह सिर शाह दशाह। जिस पास बैठिया सोहिया सबना दा बेसाह। सतनाम वाहेगुरु साहिब जी। तनासरी महला पंजवा। दीन दर्द निवार ठाकुर राख जान की आप। तरण तारण हर निद दुख ना सक व्याप। दीन दर्द निवार ठाकुर राख जान की आप। तरण तारण हर निद दुख ना सक व्याप।
ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਇ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਬਾਨ ਸਾਚਾ ਨਾਨਕ ਕੀ ਪ੍ਰਭ ਟੇਕਾ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਬਾਨ ਸਾਚਾ ਨਾਨਕ ਕੀ ਪ੍ਰਭ ਟੇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਤਖਤ ਸਾਹਿਬ ਵਿਖੇ ਨਮਸਕਾਰ ਕਰਕੇ ਬਾਹਰ ਤਖਤ ਸਾਹਿਬ ਦੇ ਸਾਹਮਣੇ ਸੋਹਣੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। ਉਥੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਉਹ ਸਰਵਣ ਕਰਵਾਉਣਗੇ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਦੀਵਾਨ ਅਸਥਾਨ ਤਖਤ ਸਾਹਿਬ ਦੇ ਸਾਹਮਣੇ ਸੋਹਣੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਤੂੰ ਮੇਰੇ ਵੱਲੋਂ ਹੈ, ਜੋ ਤੂੰ ਮੇਰੇ ਵੱਲੋਂ ਹੈ, ਤਾਂ ਕਿਆ ਮੋਹ ਛੰਦਾ, ਤਾਂ ਕਿਆ ਮੋਹ ਛੰਦਾ। ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ। ਖਾਏ ਖਰਚ ਰਹੰਦਾ 184 ਮੇਦੁਨੀ। ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆ। ਨਾ ਮੰਗਹਿ ਮੰਦਾ ਲੇਖਾ ਕੋਏ ਨਾ ਪੁੱਛਾਈ। ਜਾ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ। ਮਿਲ ਗੁਰ ਗੋਬਿੰਦਾ
ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ ਸੁਖੋ ਟਲ ਗੁਰ ਸੇਵੀਐ ਅਹਨਿ ਸਹਜ ਸੁਭਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ। ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਾਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨਾ ਸਕੈ ਵਿਆਪ ਦੀਨ ਦਰਦ ਨਿਵਾਰ ਹਰ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨਾ ਸਕੈ ਵਿਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਸ਼ੋਭਨੀਕ ਦਰਬਾਰ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਭਨਾਂ ਨੂੰ ਜੀ ਆਇਆਂ। ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੇ ਪਾਤਰ ਹੋ ਆਪ ਸਾਰੇ, ਜਿਹੜੇ ਅੱਜ ਲੰਬੇ ਲੰਬੇ ਸਫ਼ਰ ਕਰਕੇ ਕੋਈ ਇੱਥੋਂ ਪਿੰਡਾਂ ਦੇ ਵਿੱਚੋਂ ਤੇ ਕੋਈ ਪ੍ਰਦੇਸ਼ਾਂ ਵਿੱਚੋਂ ਚੱਲ ਕੇ ਆਇਆ। ਜਿਸ ਨੂੰ ਜੋ ਵੀ ਸਾਧਨ ਪ੍ਰਾਪਤ ਹੋਇਆ, ਸਭਨਾਂ ਦੇ ਅੰਦਰ ਇਸ ਗੱਲ ਦਾ ਅਹਿਸਾਸ ਸੀ ਕਿ ਅਸੀਂ ਜੋ ਖਾਲਸੇ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਦਿਹਾੜਾ ਹੈ, ਸਾਡਾ ਤਿਉਹਾਰ ਹੈ ਹੋਲਾ ਮਹੱਲਾ, ਅੱਜ ਦੇ ਦਿਨ ਤੱਕ ਜ਼ਰੂਰ ਅਸੀਂ ਅਨੰਦਪੁਰ ਸਾਹਿਬ ਪਹੁੰਚੀਏ। ਔਰ ਨਮਸਕਾਰ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਗੁਰੂ ਖਾਲਸਾ ਜੀ ਦੀ ਚਰਨ ਧੂੜ ਆਪਣੇ ਮਸਤਕ ਤੇ ਲਾਈਏ। ਇਸ ਪਿਆਰ ਅਤੇ ਇਸ ਸ਼ਰਧਾ ਦੇ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਆਏ ਜੁੜੇ ਹੋ, ਸਭਨਾਂ ਨੂੰ ਮੈਂ ਜਿੱਥੇ ਜੀ ਆਇਆਂ ਕਹਿੰਦਾ, ਉੱਥੇ ਮੈਂ ਕਾਮਨਾ ਕਰਦਾ, ਭਾਵਨਾ ਰੱਖਦਾ, ਸਿੱਖੀ ਸਿਦਕ ਦੇ ਵਿੱਚ ਆਪ ਦਾ ਉਠਾਇਆ ਹੋਇਆ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ ਤੇ ਹੈ। ਅਨੰਦਪੁਰ ਸਾਹਿਬ 9ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਮਹਾਰਾਜ ਦਾ ਬਣਾਇਆ ਹੋਇਆ, ਸਾਜਿਆ ਹੋਇਆ, ਸਵਾਰਿਆ ਹੋਇਆ ਨਗਰ, ਜਿੱਥੇ ਖਾਲਸੇ ਦੀ ਵਾਸੀ ਹੈ, ਜਿੱਥੇ ਖਾਲਸੇ ਦੀ ਸਿਟੀਜ਼ਨਸ਼ਿਪ ਹੈ। ਅੱਜ ਅਸੀਂ ਆਪਣੇ ਉਸ ਵਿਰਾਸਤੀ ਸ਼ਹਿਰ ਦੇ ਵਿੱਚ, ਵਿਰਾਸਤੀ ਨਗਰ ਵਿੱਚ ਸਾਰੇ ਆਏ ਹੋਏ ਹਾਂ, ਸਾਰੇ ਬੈਠੇ ਹੋਏ ਹਾਂ। ਔਰ ਮੈਂ ਧਿਆਨ ਕਰ ਰਿਹਾ ਸਾਂ ਕਿ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦੀ ਸ਼ੋਭਾ ਦੇ ਵਿੱਚ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਬਚਨ ਕੀਤੇ
ਸਾਡੇ ਕੀਰਤਨੀਏ ਭਾਈ ਰਾਮ ਸਿੰਘ ਜੀ ਅਖੀਰ ਤੇ ਸਾਨੂੰ ਚੇਤਾ ਕਰਵਾ ਰਹੇ ਸਨ। ਨਾਸਿਰੋ ਮਨਸੂਰ, ਇਜ਼ਦੀ ਮਨਜ਼ੂਰ, ਹਕਰਾ ਗੰਜੂਰ, ਜੁਮਲਾ ਫੈਜ਼ ਨੂਰ, ਹੱਕ ਹੱਕ ਆਗਾ, ਸ਼ਾਹੇ ਸ਼ਾਹਨਸ਼ਾਹ। ਫਿਰ ਚੇਤਾ ਕਰਵਾਇਓ ਨੇ ਹੱਕ ਹੱਕ ਅੰਦੇਸ਼, ਬਾਦਸ਼ਾਹ ਦਰਵੇਸ਼। ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ। ਮੁਕਬਲੋ ਮਕਬੂਲ, ਵਾਸਿਲੋ ਮਸੂਲ, ਕਾਦਰੇ ਹਰ ਕਾਰ, ਬੇਕਸਾਰਾ ਯਾਰ, ਆਲਮੁਲ ਸਤਾਰ, ਫਜ਼ਲੇ ਅਹਿਮਦ ਬਾਰ। ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਸੇ ਸਥਾਨ ਤੇ ਹੀ 1756 ਬਿਕਰਮੀ ਪਹਿਲੀ ਵੈਸਾਖ, ਜਦੋਂ ਕਿ 1699 ਈਸਵੀ ਸੀ, ਵਿਸਾਖੀ ਦਾ ਦਿਹਾੜਾ ਸੀ, ਖਾਲਸੇ ਦੀ ਸਾਜਨਾ ਕੀਤੀ ਸੀ। ਆਪ ਸਾਰੀਆਂ ਸੰਗਤਾਂ ਕਿਤਨੀਆਂ ਖੁਸ਼ਕਿਸਮਤ ਹੋ, ਅਤੇ ਇਸ ਦੇ ਨਾਲ ਨਾਲ ਮੈਂ ਆਪ ਵੀ ਕਰਤਾਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਵਾਰ-ਵਾਰ ਬਲਿਹਾਰ ਜਾਂਦਾ ਹਾਂ। ਮੈਂ ਪ੍ਰਬੰਧ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਕਿਰਪਾ ਕੀਤੀ ਮੈਨੂੰ ਪ੍ਰਦੇਸ਼ਾਂ ਵਿੱਚ ਵਸਦਿਆਂ ਹੋਇਆਂ, ਵਿਚਰਦਿਆਂ ਹੋਇਆਂ ਇਹ ਸੁਭਾਗ ਬਖਸ਼ਿਆ ਕਿ ਅੱਜ ਦੇ ਦਿਨ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਕਰ ਸਕੀਏ, ਜਿਹੜਾ ਸ਼ਬਦ ਆਪਾਂ ਨੂੰ ਅੰਮ੍ਰਿਤ ਵੇਲੇ ਉਸ ਵੇਲੇ ਹੁਕਮਨਾਮਾ ਰੂਪ ਦੇ ਵਿੱਚ ਪ੍ਰਾਪਤ ਹੋਇਆ, ਜਦੋਂ ਸਤਿਗੁਰੂ ਜੀ ਆ ਕੇ ਦਰਬਾਰ ਦੇ ਵਿੱਚ ਸ਼ਿਸ਼ੋਭਤ ਹੋਏ, ਪ੍ਰਕਾਸ਼ਮਾਨ ਹੋਏ। ਆਸਾ ਕੀ ਵਾਰ ਹੋਰ ਸ਼ਬਦਾਂ ਦੇ ਕੀਰਤਨ ਤੋਂ ਉਪਰੰਤ ਅਰਦਾਸ ਹੋਈ ਹੈ। ਪਾਵਨ ਸ੍ਰੀ ਮੁਖਵਾਕ ਫਿਰ ਸਾਡੇ ਹੈੱਡ ਗ੍ਰੰਥੀ ਸਾਹਿਬ ਮਾਨਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਹੋਰਾਂ ਨੇ ਆਪਾਂ ਨੂੰ ਸਰਵਣ ਕਰਵਾਇਆ। ਤੋ ਆਓ, ਜੋ ਸਮਾਂ ਬਣਿਆ ਹੋਇਆ ਹੈ, 7:45 ਵਜੇ ਤੱਕ ਤਕਰੀਬਨ ਆਪਾਂ ਨੇ ਸ਼ਬਦ ਦੀ ਵਿਚਾਰ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਿਨਾਂ ਸ਼ੱਕ ਸਾਰੇ ਗੁਰੂ ਕੇ ਪਿਆਰ ਵਾਲੇ ਜਿੱਥੇ ਕਿਤੇ ਵੀ ਵਸਦੇ ਨੇ, ਭਾਵੇਂ ਪਿੰਡ ਦੇ ਵਿੱਚ ਨੇ ਤੇ ਭਾਵੇਂ ਪ੍ਰਦੇਸ਼ਾਂ ਦੇ ਵਿੱਚ ਨੇ, ਸਾਰੇ ਹੀ ਗੁਰਦੁਆਰਾ ਸਾਹਿਬ ਜਾਂਦੇ ਨੇ ਅਤੇ ਪਾਵਨ ਸ੍ਰੀ ਮੁਖਵਾਕ ਸਰਵਣ ਕਰਦੇ ਨੇ ਤੇ ਵਿਚਾਰ ਕਰਦੇ ਨੇ। ਪਰ ਜਿਵੇਂ ਅਸੀਂ ਸਮਝਦੇ ਹਾਂ ਨਾ ਕਿ ਵਿਆਹ ਦਾ ਦਿਨ ਭਾਵੇਂ ਆਮ ਦਿਨਾਂ ਵਰਗਾ ਹੀ ਹੁੰਦਾ ਹੈ, ਉਹੀ ਸੂਰਜ ਨਿਕਲਦਾ ਹੈ, ਉਹੀ ਹਵਾਵਾਂ ਚੱਲਦੀਆਂ ਹੁੰਦੀਆਂ ਨੇ, ਪਰ ਵਿਆਹ ਦੇ ਦਿਨ ਦੀ ਗੱਲ ਕੁਝ ਹੋਰ ਹੁੰਦੀ ਹੈ, ਇੱਕ ਵੱਖਰਾ ਹੀ ਚਾਅ ਹੁੰਦਾ ਹੈ। ਇਸੇ ਪ੍ਰਕਾਰ ਅੱਜ ਹੋਲੇ ਮਹੱਲੇ ਨੂੰ ਸਮਰਪਿਤ ਉਹ ਜੋ ਵਿਸ਼ੇਸ਼ ਦੀਵਾਨ ਸਜ ਰਹੇ ਨੇ, ਕੱਲ੍ਹ ਤੋਂ ਲੈ ਕੇ ਲਗਾਤਾਰ ਅੱਜ ਅੰਮ੍ਰਿਤ ਵੇਲੇ ਜੋ ਪਾਵਨ ਸ੍ਰੀ ਮੁਖਵਾਕ ਆਇਆ ਹੈ, ਆਪਾਂ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ, ਪੰਚਮ ਪਾਤਸ਼ਾਹ ਗੁਰਦੇਵ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 675 ਅਤੇ 76 ਤੇ ਸੁਭਾਇਮਾਨ ਹੈ, 4 ਪਦਾਂ ਦੇ ਵਿੱਚ ਉਚਾਰਨ ਕੀਤਾ ਹੋਇਆ। ਰਹਾਉ ਦੀਆਂ ਤੁਕਾਂ ਜੁਦਾ ਨੇ, ਔਰ ਸਤਿਗੁਰਾਂ ਨੇ ਅੰਕਿਤ ਕਰਨ ਲੱਗਿਆਂ ਸਭ ਤੋਂ ਪਹਿਲਾਂ ਸਿਰਲੇਖ ਦਿੱਤਾ ਧਨਾਸਰੀ ਮਹਲਾ 5ਵਾਂ, ਜਿਸ ਤੋਂ ਭਾਵ ਹੈ, ਸੰਕੇਤ ਹੈ, ਸੇਧ ਹੈ ਕਿ ਗਾਇਨ ਕਰਨ ਵਾਲੇ ਜਿਹੜੇ ਪ੍ਰੇਮੀ ਜਨ ਨੇ, ਉਹ ਇਸ ਸ਼ਬਦ ਨੂੰ ਧਨਾਸਰੀ ਰਾਗ ਦੇ ਵਿੱਚ ਜੇ ਗਾਇਨ ਕਰਨ ਤਾਂ ਫਿਰ ਕੀ ਬਾਤ ਹੋਵੇ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਜੇ ਮੈਂ ਇਉਂ ਆਖਾਂ, ਇਹ ਅੱਜ ਦਾ ਸੰਦੇਸ਼ ਹੈ ਸਾਨੂੰ ਸਭਨਾਂ ਨੂੰ, ਜਿਹੜੇ ਤੁਸੀਂ ਬੈਠੇ ਹੋਏ ਹੋ, ਜੁੜੇ ਹੋਏ ਹੋ, ਜਿਹੜੇ ਦਰਸ਼ਨ ਕਰਨ ਵਾਸਤੇ ਆ ਰਹੇ ਹੋ ਤੇ ਇਕਾਗਰ ਚਿਤ ਸਰਵਣ ਕਰਦੇ ਪਏ ਹੋ, ਜਾਂ ਜਿਹੜੇ ਨਮਸਕਾਰ ਕਰਕੇ ਜਾ ਰਹੇ ਹੋ, ਸਾਰੇ ਧਿਆਨ ਰੱਖਿਓ ਜੇ ਅਸਾਂ ਨੇ ਘਰਾਂ ਵਿੱਚ ਜਾਣਾ ਹੈ। ਘਰ ਵਿੱਚ ਪਹੁੰਚਿਆ ਹੋਇਆਂ ਸਾਨੂੰ ਘਰਦਿਆਂ ਨੇ ਪੁੱਛਣਾ ਹੈ, ਕੀ ਲੈ ਕੇ ਆਏ ਹੋ ਸਾਡੇ ਵਾਸਤੇ।
ਬਿਨਾਂ ਸ਼ੱਕ ਇਥੋਂ ਕੋਈ ਕੰਗੇ ਖਰੀਦ ਕੇ ਲੈ ਜਾਵੇਗਾ, ਵਧੀਆ ਵਧੀਆ ਕੋਈ ਹੋਰ ਚੀਜ਼ਾਂ ਵਸਤੂਆਂ ਖਰੀਦ ਕੇ ਲੈ ਜਾਵੇਗਾ। ਲੇਕਿਨ ਆ ਜਿਹੜੀ ਅਮੋਲਕ ਵਸਤੂ ਹੈ ਕਿ ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਫਰਮਾਨ ਕੀ ਕੀਤਾ ਹੈ, ਇਸ ਫਰਮਾਨ ਨੂੰ, ਇਸ ਵਚਨ ਨੂੰ ਚੇਤੇ ਰੱਖ ਕੇ ਜਾਣਾ ਚਾਹੀਦਾ ਹੈ ਔਰ ਇਹ ਜਾ ਕੇ ਆਪਣੇ ਪਰਿਵਾਰ ਦੇ, ਆਪਣੇ ਬੱਚਿਆਂ ਦੀ ਝੋਲੀ ਵਿੱਚ ਪਾਉਣਾ ਚਾਹੀਦਾ ਹੈ, ਜ਼ਰੂਰ ਬਰ ਜ਼ਰੂਰ। ਸਤਿਗੁਰਾਂ ਨੇ ਆਖਿਆ, ਸਾਧੂ ਸੰਗ ਭਜੋ ਗੋਪਾਲ। ਪਿਆਰਿਓ, ਗੋਪਾਲ ਨੂੰ ਭਜੋ। ਗੋਪਾਲ ਨਾਮ ਹੈ ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰੇ ਜੀਵਾਂ ਦੀ, ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ। ਉਸ ਨੂੰ ਭਜੋ। ਭਜੋ ਤੋਂ ਭਾਵ ਹੈ ਉਸ ਦਾ ਭਜਨ ਕਰੋ, ਉਸ ਨੂੰ ਚੇਤੇ ਕਰੋ, ਉਸ ਨੂੰ ਯਾਦ ਕਰੋ, ਉਸ ਦੇ ਗੁਣਾਂ ਦਾ, ਇਹਨਾਂ ਗੁਣਾਂ ਦਾ ਧਿਆਨ ਕਰੋ। ਔਰ ਵਿਸ਼ੇਸ਼ ਤੌਰ ਤੇ ਧਿਆਨ ਦੀ ਵਾਇਆ ਪਾਤਸ਼ਾਹ ਨੇ ਗੋਪਾਲ। ਔਰ ਜਿਵੇਂ ਮੈਂ ਬੇਨਤੀ ਕੀਤੀ ਹੈ, ਗੋਪਾਲ ਸ਼ਬਦ ਦਾ ਅਰਥ ਹੈ ਪਾਲਣ ਵਾਲਾ। ਇਹ ਸਭ ਤੋਂ ਪਹਿਲੀ ਬਾਤ ਹੈ, ਹਰ ਸਿੱਖ ਦੇ ਹਿਰਦੇ ਅੰਦਰ ਇਹ ਗੱਲ ਟਿਕ ਜਾਵੇ ਕਿ ਪਰਮੇਸ਼ਰ ਜੋ ਹੈ, ਕਰਤਾਰ ਜੋ ਹੈ, ਉਹ ਹੀ ਸਾਡੇ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ। ਅਸੀਂ ਸਮਝਦੇ ਹਾਂ ਭਲੀ ਪ੍ਰਕਾਰ ਕਿ ਪਿਛਲੇ 2 ਸਾਲ ਕਿੰਨੇ ਸੰਕਟ ਵਿੱਚ ਲੰਘੇ ਨੇ, ਜਦੋਂ ਲਗਾਤਾਰ ਮੋਰਚਾ ਲੱਗਾ ਰਿਹਾ। ਸਾਡੇ ਕਿਸਾਨ ਭਾਈ ਲਗਾਤਾਰ ਜਾ ਕੇ ਦੁੱਖਾਂ ਅਤੇ ਸੁੱਖਾਂ ਦਾ, ਗਰਮੀ ਅਤੇ ਸਰਦੀ ਦਾ ਸਾਹਮਣਾ ਕਰਦੇ ਰਹੇ। ਭਾਵ ਕੀ ਸੀ, ਮਕਸਦ ਕੀ ਸੀ ਕਿ ਸਾਡਾ ਜਿਹੜਾ ਖਾਣ ਪੀਣ ਹੈ ਇਹ ਅਡੋਲ ਹੋਣਾ ਚਾਹੀਦਾ ਹੈ, ਲਗਾਤਾਰ ਚੱਲਦਾ ਰਹਿਣਾ ਚਾਹੀਦਾ, ਬਣੇ ਰਹਿਣਾ ਚਾਹੀਦਾ। ਜਦੋਜਹਿਦ ਕਰਨੀ ਮਨੁੱਖਾਂ ਦਾ ਇਤਿਹਾਸ ਹੈ, ਮਨੁੱਖੀ ਇਤਿਹਾਸ ਹੈ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਫਿਰ ਵੀ ਚੇਤੇ ਕਰਵਾਇਆ ਹੈ, ਧਿਆਨ ਰੱਖਿਓ ਜੇ, ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜ਼ੇਰ ਜ਼ਿਮੀ, ਅਸਤ ਏਕ ਦਿਗਰ ਕੁਈ, ਏਕ ਤੁਈ ਏਕ ਤੁਈ, ਨਾ ਰਿਜ਼ਕ ਦਸਤ ਆ ਕਸੇ, ਹਮਾਰਾ ਏਕ ਆਸ ਵਸੇ, ਦੇਹੰਦ ਸੂਈ, ਏਕ ਤੁਈ ਏਕ ਤੁਈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਨਾ ਰਿਜ਼ਕ ਦਸਤ ਆ ਕਸੇ। ਸਾਡਾ ਰਿਜ਼ਕ, ਸਾਡੀ ਰੋਟੀ ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈ। ਹਮਾਰਾ ਏਕ ਆਸ ਵਸੇ। ਅਸੀਂ ਸਾਰੇ ਜੋ ਹਾਂ ਉਸ ਇੱਕ ਕਰਤਾਰ ਦੀ ਆਸ ਤੇ ਹਾਂ। ਵਾਹਿਗੁਰੂ ਜੀ ਨੇ ਜਿਹੜੇ ਸਾਨੂੰ ਸਭਨਾਂ ਨੂੰ ਦੇਣ ਵਾਲੇ ਨੇ। ਭਾਈ ਸਾਹਿਬ ਹੋਰਾਂ ਨੇ ਆਸਾ ਕੀ ਵਾਰ ਸਰਵਣ ਕਰਵਾਉਂਦਿਆਂ ਹੋਇਆਂ ਸਾਨੂੰ ਆਖਿਆ ਨਾ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ, ਹਾਂਜੀ, ਸਭਨਾਂ ਦੀ ਗਿਣਤੀ ਕਰਕੇ ਤੇ ਫਿਰ ਆਖਦੇ ਨੇ, ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ, ਨਾਨਕ ਜੰਤੀ ਉਪਾਏ ਕੈ ਸੰਭਾਲੇ ਸਭਨਾ। ਹੁਣ ਸਾਰੀ ਦਿਹਾੜੀ ਦੀ ਕਿਰਤ ਵਿਰਤ ਕਰਕੇ, ਭੱਜ ਦੌੜ ਕਰਕੇ ਜਿਸ ਵੇਲੇ ਅਸੀਂ ਸ਼ਾਮ ਨੂੰ ਫਿਰ ਜੁੜਦੇ ਹਾਂ, ਗੁਰੂ ਪਾਤਸ਼ਾਹ ਦਾ ਹੁਕਮ ਹੈ ਜੁੜੋ, ਰਹਿਰਾਸ ਸਾਹਿਬ ਦਾ ਪਾਠ ਕਰੋ। ਔਰ ਜਿਸ ਵੇਲੇ ਅਸੀਂ ਫਿਰ ਪਾਠ ਕਰਾਂਗੇ, ਸੋਦਰ ਦਾ ਪਾਠ ਹੋਏਗਾ, ਸੁਣ ਵੱਡਾ ਆਖ ਹੈ ਪੜ੍ਹਿਆ ਜਾਵੇਗਾ, ਆਖਾਂ ਜੀਵਾਂ ਵਿਸਰੈ ਮਰ ਜਾਉ ਪੜ੍ਹਿਆ ਜਾਵੇਗਾ, ਹਰ ਕੇ ਜਨ ਸਤਿਗੁਰ ਸਤਪੁਰਖਾ ਪੜਾਂਗੇ। ਤੇ ਫਿਰ ਪੰਜਵਾਂ ਸ਼ਬਦ ਕੀ ਆਵੇਗਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤੀ ਉਪਾਏ, ਤਾਂਕਾ ਰਿਜਕ ਆਗੈ ਕਰ ਧਰਿਆ। ਕਾਹੇ ਰੇ ਮਨ ਚਿਤ ਵਹਿ ਉਦਮ। ਹੁਣ ਆਮ ਤੌਰ ਤੇ ਉਦਮ ਦੇ ਅਰਥ ਅਸੀਂ ਇਹੀ ਲੈ ਕੇ ਚੱਲਦੇ ਹਾਂ, ਪੁਰਸ਼ਾਰਥ ਕਰਨਾ, ਯਤਨ ਕਰਨਾ, ਯਤਨਸ਼ੀਲ ਹੋਣਾ, ਉਹ ਤਾਂ ਪ੍ਰਵਾਨ ਹੈ। ਲੇਕਿਨ ਇੱਥੇ ਉਦਮ ਤੋਂ ਭਾਵ ਹੈ ਚਿੰਤਾ ਕਰਨੀ, ਫਿਕਰ ਕਰਨਾ। ਤੂੰ ਚਿੰਤਾ ਨਾ ਕਰ। ਕਿਉਂ ਚਿੰਤਾ ਨਾ ਕਰ? ਕਿ ਸਿਰ ਸਿਰ ਰਿਜ਼ਕ ਉਪਾਏ ਠਾਕੁਰ, ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਕਰਤਾਰ ਜਿਹੜਾ ਹੈ, ਵਾਹਿਗੁਰੂ ਹੈ, ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ। ਮੈਂ ਇਹ ਗੱਲ ਇਸ ਲਈ ਆਪ ਜੀ ਦੇ ਸਨਮੁਖ ਹੋਰ ਵਿਸਥਾਰ ਨਾਲ ਕਹਿ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ।
इथे गुरु का संदेश प्रचारिया ते प्रसारिया गया। ये सिख दी गोद है पंजाब, सानू चेता रखना चाहिए जरूर। हुण इस धरती दे उपर भी कोई इसलिए खुदकशी कर जाए, गला घुट के फाह लैके मर जाए कि मेरे लिए खाण लई कुछ नहीं हैगा, और होवे गुरु का सिख, बई ये गल तां वाजिब नहीं ना है, फिर ये गल मुनासिब नहीं है। मैं जिवें पहला बेनती की है कि जद्दोजहद करनी मनुखों का हक है, सिख का हक है, लेकिन खुदकशी कर जानी ये तो भुल वाली गल है। इस दे नाल दुख मुकदे नहीं हैं। सतगुरां ने बड़े विस्तार दे नाल ऐसे वचन कीते ने कि कोई खुदकशी कर लवे, छाल मार लवे, अग विच सड़ जावे, पानी विच डुब जावे, पहाड़ां तो डूंघियां खड्डां विच छालां मार लवे, जो मर्जी कर लवे, दुख मिट जाते हैं किते। बंदा आप भावें मुक जाता है तो परिवार सारा दुखों में सुट जाता है, दुख किते मुक गया। पातशाह कहते हैं इस पासे नहीं चलना गुरु के ने, गुरु के सिख ने उस करतार का ध्यान करना है। और याद रखे मानक की टेक बिरथी सब जान, देवन को एक है भगवान, जिसका दिया रहे अगाए, बहुर न तृष्णा लग गए आए। कमाल करामात कायम कारीम, रजा बख्शो राजिक रिहाकुन रहीम। वो कमाल करामात, अलौकिक शक्तियां का शिखर है परमेश्वर करतार। जलते थल कर थलते कुआं कूपते मेर करावे, और वो रिस्क भी देन वाला है। असी परसों जदों मंजी साहब जुड़े हुए सां, सचखंड श्री हरमंदर साहब पावन शब्द की विचार उत्थे कर रहे सां। मैं उत्थे भी ना प्रसंग के अनुसार चढ़द्या होया चेता करवाया कि सतगुरु एक डी कृपा की है। जिस वेले असी अमृत वेले जुड़ते हाँ तो जुड़ के असी जप साहिब का पाठ करते हाँ, तो पाठ करदे होया असी 2 बार सेम पंक्तियां सतगुरां दियां उचारण कीतियां दोहराउंदे हाँ। गुरा एक दे बुझाई सबना जियां का एक दाता, सो मैं विसर ना जाई। सबना जियां का एक दाता, सारे जीवां दा एक ही दाता है, मैनू वो ना भुले। सारे जियां तो भाव असी भी उन्हां जीवां दे विच तां सतगुरु जी ने अज फिर चेता करवाया, साधु संग भजो गोपाल। संगत विच जुड़ के उस पालनहार दा सारी चिंतन करो। ते फिर सतगुरु जी ने नाल एक वचन होर स्पष्ट कर दिता, कहते ने आन संजम किछ ना सूझै। आन मनाउंदा है होर, संजम मैं ना यतन, किछ ना सूझै। सानू कुछ भी नहीं सुझदा कि इस यतन तो इलावा, करतार नाल जुड़न तो इलावा, उस अगे अरदास करन तो इलावा कोई होर यतन भी ऐसा सार्थक हो सकता है। सानू ऐसा कोई यतन नज़र नहीं आता। तां ते गुरु नाल प्यार करन वालियां जिहड़े सतगुरां दा संदेश लैण वास्ते आए ने, वो चेते रखन कि आन संजम किछ ना सूझै। ये जतन काट कल काल, सिर्फ इस यतन दे नाल, करतार दे अगे अरदास करन दे नाल ही साडे जिहड़े जीवन दे दुख ने उन्हां दुखां दी निवृत्ति हो सकदी है। साडे जिहड़े बंधन पए होए ने दुखां दे, भुखां दे, भौ ते, डर दे, भरम दे, ये सारे बंधन कट्टे जा सकते हैं। तो आओ आपां इस ख्याल की सतगुरु महाराज ने जो आप व्याख्या की है, पंचम पातशाह गुरुदेव जी ने बाकी पदां विच आपां उसनूं विचारन दा यतन करिए। और चेते रखना साधु संग भजो गोपाल, आन संजम किछ ना सूझै। यह जतन काट कल काल। मानयोग भाई साहब होरां नूं बेनती है, भाई सतिंदर सिंह होरां नूं प्यार नाल सानूं शब्द का पाठ सरवण करवाओ, तां ते आपां अखरी अर्थ विचार सकीए जी। रसना पवित्र करो। जितने भी गुरसिख माई भाई बैठे हो सारे आखो प्यार नाल बोलो जी वाहेगुरु।
ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਬੋਲੋ ਜੀ। ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਾਨਕੀ ਆਪ। ਸਤਿਗੁਰੂ ਮਹਾਰਾਜ ਸਾਨੂੰ ਯਕੀਨ ਦਿਵਾਉਂਦੇ ਨੇ। ਹੁਣ ਦੇਖੋ ਨਾ, ਮੈਂ ਕੁਝ ਆਖਾਂਗਾ ਆਪਣੇ ਵੱਲੋਂ, ਕਿਸੇ ਨੂੰ ਯਕੀਨ ਆਵੇਗਾ, ਸ਼ਾਇਦ ਨਾ ਆਵੇ, ਭਰੋਸਾ ਆਵੇਗਾ, ਕਿਸੇ ਨੂੰ ਨਾ ਆਵੇ, ਇਹ ਗੱਲ ਹੋ ਸਕਦੀ ਹੈ। ਲੇਕਿਨ ਜੋ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਰਦੇ ਨੇ, ਜਿਨ੍ਹਾਂ ਦੇ ਅੱਗੇ ਆ ਕੇ ਅਸੀਂ ਮੱਥਾ ਟੇਕਦੇ ਹਾਂ, ਅਸੀਂ ਝੁਕਦੇ ਹਾਂ, ਅਸੀਂ ਨਿਮਦੇ ਹਾਂ, ਅਸੀਂ ਅਰਦਾਸਾਂ ਕਰਦੇ ਹਾਂ, ਉਹਨਾਂ ਦੇ ਬਚਨ ਨੂੰ ਤਾਂ ਸੱਤ ਕਰਕੇ ਮੰਨਣਾ ਚਾਹੀਦਾ ਹੈ ਨਾ। ਫਿਰ ਤੇ ਸਾਨੂੰ ਕਹਿੰਦੇ ਨੇ, ਓਏ ਪੁੱਤਰੋ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਜਨ ਕਹਿੰਦੇ ਨੇ ਪਿਆਰ ਕਰਨ ਵਾਲਾ, ਜਨ ਕਹਿੰਦੇ ਨੇ ਸੇਵਕ ਨੂੰ, ਦਾਸ ਨੂੰ। ਪਰਮੇਸ਼ਰ ਵਾਹਿਗੁਰੂ ਜੀ ਦਾ ਸੁਭਾਅ ਹੈ ਆਦ ਜੁਗਾਦੀ ਕਿ ਉਹ ਨਿਮਾਣਿਆਂ ਦਾ ਮਾਣ ਹੈ। ਮੈਨੂੰ ਫਿਰ ਬਚਨ ਚੇਤੇ ਆਇਆ ਜ਼ਫਰਨਾਮਾ ਸਾਹਿਬ ਦਾ। ਸਤਿਗੁਰੂ ਮਹਾਰਾਜ ਨੇ ਚੇਤਾ ਰੱਖਣਾ, ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ ਸਾਡਾ। ਉਹ ਇਤਿਹਾਸਕ ਚਿੱਠੀ ਹੈ ਜਿਹੜੀ ਬਾਦਸ਼ਾਹ ਔਰੰਗਜ਼ੇਬ ਨੇ ਛਲ ਕਰਕੇ, ਉਸ ਦੇ ਅਮੀਰਾਂ ਨੇ, ਵਜ਼ੀਰਾਂ ਨੇ ਛਲ ਕਰਕੇ ਸਤਿਗੁਰਾਂ ਨੂੰ ਇੱਥੋਂ ਅਨੰਦਪੁਰ ਸਾਹਿਬ ਦੇ ਵਿੱਚੋਂ ਚਲੇ ਜਾਣ ਦਾ ਭਰੋਸਾ ਦਿੱਤਾ ਸੀ, ਇਹ ਕਹਿ ਕੇ ਕਿ ਤੁਸੀਂ ਨਗਰ ਛੱਡ ਜਾਓ ਤੇ ਉਧਰ ਆ ਜਾਓ, ਦੀਨਾ ਕਾਂਗੜ ਵਾਲੇ ਪਾਸੇ ਅਸੀਂ ਤੁਹਾਨੂੰ ਆ ਕੇ ਮਿਲਾਂਗੇ। ਔਰ ਸਾਨੂੰ ਸਾਰਿਆਂ ਨੂੰ ਚੇਤੇ ਰਹਿਣਾ ਚਾਹੀਦਾ ਹੈ ਕਿ ਕਸਮਾਂ ਖਾਣ ਵਾਲਿਆਂ ਨੇ ਕਸਮਾਂ ਖਾਧੀਆਂ ਤੇ ਸਹੁੰਆਂ ਖਾਣ ਵਾਲਿਆਂ ਨੇ ਸਹੁੰਆਂ ਖਾਧੀਆਂ ਕਿ ਤੁਹਾਨੂੰ ਕੁਛ ਨਹੀਂ ਆਖਿਆ ਜਾਵੇਗਾ, ਸਿਰਫ ਪੈਸੇ ਦਿੱਤਾ ਜਾਏਗਾ, ਅਸੀਂ ਉੱਥੇ ਆ ਕੇ ਮਿਲਾਂਗੇ। ਪਰ ਐਸਾ ਕੁਛ ਵੀ ਨਾ ਹੋਇਆ। ਅਨੰਦਪੁਰ ਸਾਹਿਬ ਤੋਂ ਨਿਕਲਦਿਆਂ ਹੋਇਆਂ ਹੀ 6 ਪੋਹ ਦੀ ਰਾਤ, ਯਖ ਸਰਦੀ ਦੀ ਰਾਤ, ਜਦੋਂ ਪਹਾੜੀਆਂ ਨੇ ਇਹ ਸਹੁੰਆਂ ਤੋੜ ਦਿੱਤੀਆਂ, ਜਦੋਂ ਮੁਗਲਾਂ ਨੇ ਇਹ ਕਸਮਾਂ ਤੋੜ ਦਿੱਤੀਆਂ, ਔਰ ਜਿਹੜਾ ਕੁਝ ਹੋਇਆ ਅਸੀਂ ਫਿਰ ਸਾਰਾ ਜਾਣਦੇ ਹਾਂ। ਸਤਿਗੁਰੂ ਮਹਾਰਾਜ ਜਿਸ ਵੇਲੇ ਫਿਰ ਦੀਨੇ ਕਾਂਗੜ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਉੱਥੇ, ਤੇ ਭਾਈ ਦੇਸਾ ਸਿੰਘ ਦੇ ਚੁਬਾਰੇ ਤੇ ਬੈਠ ਕੇ ਦਿਆਲਪੁਰ ਫਿਰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖਦੇ ਨੇ ਹੋਰ, ਜਿਸ ਦਾ ਨਾਮ ਹੈ ਜ਼ਫਰਨਾਮਾ। ਉਸ ਜ਼ਫਰਨਾਮੇ ਦੇ ਵਿੱਚ ਸਤਿਗੁਰਾਂ ਨੇ ਜਿਹੜੇ ਬਚਨ ਆਖੇ ਨੇ, ਸਾਨੂੰ ਸਾਰਿਆਂ ਨੂੰ ਯਾਦ ਕਰਨ ਵਾਲੇ ਨੇ, ਯਾਦ ਰੱਖਣ ਵਾਲੇ ਨੇ। ਕੇਵਲ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਹੀ ਆਖੇ ਨੇ, ਪਰ ਔਰੰਗਜ਼ੇਬ ਲਈ ਹੀ ਨਹੀਂ ਹੈ, ਇਹ ਸਾਡੇ ਸਭਨਾਂ ਦੇ ਵਾਸਤੇ ਨੇ। ਔਰ ਮੈਂ ਤਾਂ ਆਉਂਦਾ ਹੋਇਆ ਐਸੀ ਗੱਲ ਸੋਚ ਰਿਹਾ ਸਾਂ ਕਿ ਸਾਨੂੰ ਸਾਰਿਆਂ ਨੂੰ ਨਾ, ਜਿੱਥੇ ਅਸੀਂ ਬਾਕੀ ਹੋਰ ਬਾਣੀ ਦਾ ਪਾਠ ਕਰਦੇ ਹਾਂ, ਨਿਤਨੇਮ ਦੀਆਂ, ਸਵੇਰ ਦੀਆਂ ਬਾਣੀਆਂ ਦਾ, ਸ਼ਾਮ ਦੀ ਬਾਣੀ ਦਾ, ਅਤੇ ਰੋਜ਼ਾਨਾ ਹੁਕਮ ਦੇ ਅਨੁਸਾਰ ਅਸੀਂ ਸਧਾਰਨ ਪਾਠ ਆਪਣਾ ਕਰਦੇ ਹਾਂ, ਨਾਲ ਨਾਲ ਸਾਨੂੰ ਜ਼ਫਰਨਾਮਾ ਵੀ ਪੜ੍ਹਨਾ ਚਾਹੀਦਾ ਹੈ, ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਮੈਂ ਬਚਨ ਕਿਹੜਾ ਆਪ ਜੀ ਦੇ ਚੇਤੇ ਕਰਵਾ ਰਿਹਾ ਸਾਂ। ਮਹਾਰਾਜ ਉਸ ਨੂੰ ਸੰਬੋਧਨ ਕਰਦਿਆਂ ਹੋਏ ਆਖਦੇ ਨੇ, ਔਰੰਗਜ਼ੇਬ, ਊਰਾ ਜੋ ਇਸਮੇ ਅਸਤੇ ਆਜਜ਼ ਨਿਵਾਜ਼। ਉਹ ਪਰਮੇਸ਼ਰ, ਉਹ ਕਰਤਾਰ, ਜਿਸ ਦੇ ਨਾਂ ਦੇ ਅਸੀਂ ਨਗਾਰੇ ਵਜਾਉਂਦੇ ਹਾਂ, ਜਿਸ ਦੇ ਨਾਂ ਦੇ ਅਸੀਂ ਝੰਡੇ ਚਲਾਉਂਦੇ ਹਾਂ, ਜਿਸ ਦੇ ਭਰੋਸੇ ਤੇ ਅਸੀਂ ਬੇਫਿਕਰ ਹੋ ਕੇ ਚੱਲਦੇ ਹਾਂ, ਇੱਕ ਅਕਾਲ ਦੇ ਆਸਰੇ ਤੇ। ਊਰਾ ਜੋ ਇਸਮੇ ਅਸਤ, ਇਸਮ ਕਹਿੰਦੇ ਨੇ ਨਾਮ ਨੂੰ, ਉਸ ਦਾ ਨਾਮ ਹੈ। ਕੀ ਨਾਮ ਹੈ ਭਲਾ? ਆਜਜ਼ ਨਿਵਾਜ਼, ਨਿਮਾਣਿਆਂ ਦਾ ਮਾਣ। ਇਹ ਕਰਤਾਰ ਦਾ ਨਾਮ ਹੈ, ਨਿਮਾਣਿਆਂ ਦਾ ਮਾਣ। ਜਿਹੜਾ ਨਿਮਾਣਾ ਹੋ ਕੇ ਉਸ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਪਰਮੇਸ਼ਰ ਕਰਤਾਰ ਵਾਹਿਗੁਰੂ
ਉਸ ਨਿਮਾਣੇ ਨੂੰ ਆਪਣੇ ਸੀਨੇ ਨਾਲ ਲਾ ਕੇ ਪਾਲਦਾ, ਸੀਨੇ ਨਾਲ ਲਾ ਕੇ ਸੰਭਾਲਦਾ ਹੈ। ਤੱਤੀ ਵਾਹ ਨਹੀਂ ਲੱਗਣ ਦਿੰਦਾ। ਕਿਸੇ ਪ੍ਰਕਾਰ ਦੇ ਦੁੱਖਾਂ ਦੇ ਵਿੱਚ ਦੁੱਖਾਂ ਤੋਂ ਬਚਾਅ ਕਰਦਾ ਹੈ, ਹਰ ਪ੍ਰਕਾਰ ਦੇ ਦੁੱਖਾਂ ਤੋਂ ਬਚਾਅ ਕਰਦਾ ਹੈ। ਸਤਿਗੁਰਾਂ ਨੇ ਅੱਜ ਵੀ ਆਖਿਆ, ਦੀਨ ਦਰਦ ਨਿਵਾਰ ਠਾਕੁਰ। ਦੀਨ ਕਹਿੰਦੇ ਨੇ ਨਿਮਾਣੇ ਨੂੰ, ਦੀਨ ਕਹਿੰਦੇ ਨੇ ਮਾੜੇ ਨੂੰ, ਦੀਨ ਕਹਿੰਦੇ ਨੇ ਕੰਗਲੇ ਨੂੰ, ਦੀਨ ਕਹਿੰਦੇ ਨੇ ਉਸ ਇਨਸਾਨ ਨੂੰ ਜਿਸ ਦੇ ਕੋਲ ਕੁਝ ਵੀ ਨਾ ਹੋਵੇ। ਮੈਨੂੰ ਖਿਮਾ ਕਰਿਓ ਜੇ, ਸਮਾਂ ਆਪਣੀ ਚਾਲੇ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, ਇਸ ਕਰਕੇ ਬਹੁਤੀ ਨਾ ਜਿਹੜੀ ਵਿਚਾਰ ਹੈ ਇਤਿਹਾਸਕ ਪੱਖਾਂ ਤੋਂ ਨਹੀਂ ਕੀਤੀ ਜਾ ਸਕਦੀ। ਮਾਣਯੋਗ ਸਿੰਘ ਸਾਹਿਬ, ਕੌਮ ਦੀ ਮਾਇਆਨਾਦ ਹਸਤੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਚੁੱਕੇ ਨੇ, ਜਿਨ੍ਹਾਂ ਨੇ ਸਮੇਂ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਉਣੇ ਨੇ ਤੇ ਸਾਡੇ ਨਾਲ ਬਚਨਾਂ ਦੀ ਸਾਂਝ ਪਾਉਣੀ ਹੈ। ਧਿਆਨ ਰੱਖਣਾ ਜ਼ਰੂਰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਨ ਜਦੋਂ ਕਿ ਅਸੀਂ ਬੜੇ ਚਾਅ ਨਾਲ ਆ ਕੇ ਜੁੜੇ ਹਾਂ ਤੇ ਸਾਨੂੰ ਫਿਰ ਕੋਲ ਬਹਾ ਕੇ ਸਮਝਾਉਂਦੇ ਨੇ, ਸਿੰਘਾ ਤੂੰ ਤਾਂ ਕਦੀ ਇੰਨਾ ਮਾੜਾ ਹੈਗਾ ਹੀ ਨਹੀਂ ਸੈਂ, ਤੂੰ ਇੰਨਾ ਕਮਜ਼ੋਰ ਨਹੀਂ ਸੈਂ ਕਦੀ ਵੀ ਕਿ ਤੂੰ ਢਹਿੰਦੀਆਂ ਕਲਾਂ ਵਿੱਚ ਚਲਾ ਜਾਵੇਂ। ਤੈਨੂੰ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਵੱਡੇ ਸਤਿਗੁਰਾਂ ਨੇ ਇੱਕ ਓੰਕਾਰ ਦੇ ਲੜ ਲਗਾ ਦਿੱਤਾ, ਇੱਕ ਕਰਤਾਰ ਦੇ ਲੜ ਲਗਾ ਦਿੱਤਾ, ਜਿਹੜਾ ਕਿ ਪਾਲਣਹਾਰ ਹੈ, ਜਿਹੜਾ ਕਿ ਸੀਨੇ ਨਾਲ ਲਾ ਕੇ ਰੱਖਿਆ ਕਰਨ ਵਾਲਾ ਹੈ। ਤੈਨੂੰ ਕਿਉਂ ਚੇਤਾ ਭੁੱਲ ਜਾ, ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਣ ਵਿਚਾਰ, ਤੈਨੂੰ ਕਿਉਂ ਭੁੱਲ ਜਾਏ। ਜਿਸ ਦਾ ਸਾਹਿਬ ਡਾਢਾ ਹੋਏ, ਹਾਂਜੀ ਪਾਤਸ਼ਾਹ ਚੇਤੇ ਕਰਨ, ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਮਾਲਕ ਸ਼ਕਤੀਸ਼ਾਲੀ ਹੋਏ, ਸਿੱਖ ਚੇਤਾ ਰੱਖੇ ਤਿਸ ਨੂੰ ਮਾਰ ਨਾ ਸਾਕੈ ਕੋਈ, ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਜਨ ਦੀ ਇੱਜ਼ਤ ਰੱਖਦਾ ਹੈ, ਪਤ ਰੱਖਦਾ ਹੈ। ਤਰਨ ਤਾਰਨ ਹਾਰ ਨਿਤ, ਦੁਖ ਨਾ ਸਕੈ ਵਿਆਪ। ਸਭਨਾ ਪਿਆਰਿਆਂ ਨੂੰ, ਸੇਵਕਾਂ ਨੂੰ ਪਾਰ ਉਤਾਰਨ ਵਾਸਤੇ, ਜ਼ਿੰਦਗੀ ਸਫਲ ਕਰਨ ਵਾਸਤੇ ਪਰਮੇਸ਼ਰ ਵਾਹਿਗੁਰੂ ਆਪ ਜਹਾਜ਼ ਹੈ, ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ। ਜਿਹੜਾ ਇਸ ਜਹਾਜ਼ ਤੇ ਚੜ੍ਹ ਜਾਂਦਾ ਹੈ, ਪਰਮੇਸ਼ਰ ਦੇ ਜਹਾਜ਼ ਤੇ ਚੜ੍ਹ ਜਾਂਦਾ ਹੈ। ਅਸੀਂ ਕਦੀ ਕਦੀ ਚੇਤੇ ਕਰਦੇ ਹੁੰਦੇ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੁਤਰੇ ਪਾਰ। ਰੱਬੀ ਯਾਦ ਜਹਾਜ਼ ਦੇ ਵਾਂਗ ਹੈ। ਜਿਹੜੇ ਬੰਦੇ ਨਾ ਸ਼ਿਪ ਤੇ ਚੜ ਜਾਣ, ਵੱਡੀ ਸਾਰੀ ਫੈਰੀ ਤੇ ਚੜ ਜਾਣ, ਉਹ ਸਹਿਜ ਸੁਭਾਅ ਹੀ ਬੇਫਿਕਰ ਹੋ ਕੇ ਸੌਂ ਕੇ ਆਰਾਮ ਕਰਦਿਆਂ ਹੋਇਆਂ ਹੀ ਸਮੁੰਦਰੋਂ ਪਾਰ ਹੋ ਜਾਂਦੇ ਨੇ। ਇਵੇਂ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ, ਭਵ ਸਾਗਰ ਤੋਂ ਜਾਂ ਜ਼ਿੰਦਗੀ ਦੇ ਦੁੱਖਾਂ ਥਪੇੜਿਆਂ ਤੋਂ ਅਸੀਂ ਸਾਰੇ ਬਚ ਸਕਦੇ ਹਾਂ। ਸਾਧੂ ਸੰਗ ਭਜਹੁ ਗੋਪਾਲ, ਕਰਤਾਰ ਨੂੰ, ਗੋਪਾਲ ਨੂੰ ਸਦਾ ਚੇਤੇ ਰੱਖੋ। ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਜਿਹੜੇ ਪ੍ਰੇਮੀ ਜਨ ਤੁਸੀਂ ਬਾਅਦ ਵਿੱਚ ਆਏ ਹੋ, ਮੈਂ ਆਪ ਜੀ ਵਾਸਤੇ ਫਿਰ ਦੁਹਰਾ ਦਿਆਂ। ਪਾਤਸ਼ਾਹ ਕਹਿੰਦੇ ਨੇ, ਚੇਤਾ ਰੱਖਿਓ ਜੇ ਇਹ ਯਤਨ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣਾ। ਖਾਲਸਾ ਜੀ ਦੇ ਵਾਸਤੇ, ਗੁਰੂ ਕੇ ਸਿੱਖਾਂ ਦੇ ਵਾਸਤੇ, ਸਭਨਾ ਵਾਸਤੇ ਸੰਦੇਸ਼ ਹੈ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਕਰਤਾਰ ਤੋਂ ਬਿਨਾ ਕਿਸੇ ਹੋਰ ਦੇ ਪਾਸੇ ਕਦਾ ਚਿਤ ਗੁਰੂ ਕਾ ਸਿੱਖ ਧਿਆਨ ਨਾ ਕਰੇ। ਕਿਉਂ ਨਾ ਕਰੇ ਭਲਾ? ਹਾਂਜੀ, ਗੋਰ ਬੜੀ ਮੱਠ ਭੂਲ ਨਾ ਮੰਨੇ, ਕਿਉਂ ਨਾ ਮੰਨੇ? ਪਾਤਸ਼ਾਹ ਕਹਿੰਦੇ ਨੇ, ਉਹ ਕਬਰਾਂ ਨੂੰ ਮੱਥੇ ਟੇਕ ਕੇ, ਮੜੀਆਂ ਨੂੰ ਮੱਥੇ ਟੇਕ ਕੇ, ਪਾਣੀਆਂ ਨੂੰ ਮੱਥੇ ਟੇਕ ਕੇ, ਅੱਗ ਦੀ ਪੂਜਾ ਕਰਕੇ ਤੁਹਾਨੂੰ ਕੁਛ ਨਹੀਂ ਜੇ ਮਿਲਣਾ। ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਜਿਹੜਾ ਕਰਤਾਰ ਹੈ, ਸਾਰਾ ਕੁਝ ਬਣਾਉਣ ਵਾਲਾ ਹੈ, ਸਾਰਿਆਂ ਦਾ ਕਰਤਾਰ ਹੈ, ਉਸ ਦੇ ਨਾਲ ਜੁੜੋ। ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਹੈ, ਜਿਹੜਾ ਤੈਨੂੰ ਬਣਾਉਣ ਵਾਲਾ ਹੈ,
ਮੇਰੇ ਪਿਆਰਿਆ ਤੇਰੀ ਸੰਭਾਲ ਵੀ ਉਹੀ ਕਰੇਗਾ। ਤੇ ਸਾਹਿਬ ਜੀ ਨੇ ਆਖਿਆ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ। ਮੈਂ ਸਮਝਦਾ ਕਿ ਸ਼ਾਇਦ ਇਸ ਤੋਂ ਵਧੇਰੇ ਹੋਰ ਸਪਸ਼ਟਤਾ ਦੇ ਨਾਲ ਅੱਜ ਸੰਦੇਸ਼ ਕਿਵੇਂ ਦਿੱਤਾ ਜਾ ਸਕਦਾ ਸੀ, ਜਿਵੇਂ ਸਤਿਗੁਰੂ ਮਹਾਰਾਜ ਸਾਨੂੰ ਅੱਜ ਸਮਝਾਉਂਦੇ ਪਏ ਨੇ। ਆਦ ਅੰਤ, ਆਦ ਤੋਂ ਲੈ ਕੇ ਅੰਤ ਤੱਕ। ਹੁਣ ਅਸੀਂ ਨਾ ਆਪਣੀ ਆਪਣੀ ਸੋਚ ਕਰਾਂਗੇ ਵੀ ਕਿੰਦੇ ਆਦ ਤੋਂ ਲੈ ਕੇ ਅੰਤ ਤੱਕ, ਮੇਰੇ ਜਨਮ ਤੋਂ ਲੈ ਕੇ ਮੇਰੇ ਮਰਨ ਤੱਕ, ਕਿ ਮੇਰੇ ਪਰਿਵਾਰ ਦੇ ਜਨਮ ਤੋਂ ਲੈ ਕੇ ਪਰਿਵਾਰ ਦੇ ਅੰਤ ਤੱਕ, ਕਿ ਮੇਰੇ ਸਮਾਜ ਦੇ, ਕਿਹਨਾਂ ਦੀ ਗੱਲ ਹੋ ਰਹੀ ਹੈ? ਪਾਤਸ਼ਾਹ ਕਹਿੰਦੇ ਨੇ ਨਹੀਂ ਨਹੀਂ, ਐਉਂ ਨਾ ਸੋਚੋ। ਜਦੋਂ ਤੋਂ ਲੈ ਕੇ ਇਹ ਸ੍ਰਿਸ਼ਟੀ ਬਣੀ ਹੈ, ਜਦੋਂ ਤੋਂ ਲੈ ਕੇ ਖੰਡਾਂ ਬ੍ਰਹਮੰਡਾਂ ਦੀ ਰਚਨਾ ਹੋਈ ਹੈ, ਆਸਨ ਲੋਏ ਲੋਏ ਭੰਡਾਰ। ਹਾਂਜੀ ਬੋਲੋਗੇ, ਰਸਨਾ ਪਵਿੱਤਰ ਕਰੋਗੇ, ਬੋਲੋ ਸਾਰੇ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਫਿਰ ਘਰ ਘਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਜਦੋਂ ਤੋਂ ਲੈ ਕੇ ਖੰਡਾਂ ਬ੍ਰਹਮੰਡਾਂ ਦੀ ਰਚਨਾ ਹੋਈ ਹੈ, ਇਹ ਸਾਰਾ ਕੁਝ ਬਣਿਆ ਹੈ ਵਾਹਿਗੁਰੂ ਜੀ ਨੇ ਦਇਆਲਤਾ ਦੇ ਨਾਲ। ਉਹਨਾਂ ਨੂੰ ਪਤਾ ਹੈ ਜਿਨ੍ਹਾਂ ਜੀਆਂ ਨੂੰ ਮੈਂ ਭੇਜਣ ਜਾ ਰਿਹਾ, ਭੇਜਣਾ ਹੈ, ਉਹਨਾਂ ਵਾਸਤੇ ਖਾਣ ਪੀਣ ਦਾ, ਰਹਿਣ ਬਹਿਣ ਦਾ, ਸੁਖ ਵਸਣ ਦਾ, ਚੜ੍ਹਦੀ ਕਲਾ ਵਿੱਚ ਜਾਣ ਦਾ ਫਿਰ ਸਾਰਾ ਕੁਝ ਹੋਣਾ ਚਾਹੀਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਆਦ ਅੰਤ ਦਇਆਲ ਪੂਰਨ, ਅਰ ਤਿਸ ਬਿਨਾ ਨਹੀਂ ਕੋਏ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੀ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਜੀਵਨ ਭੋਗਦਾ ਹੋਇਆ ਵੀ ਤੂੰ ਸੁਖੀ ਰਹੇਗਾ, ਆਨੰਦ ਵਿੱਚ ਰਹੇਗਾ, ਔਰ ਜੰਮਣ ਮਰਨ ਤੋਂ ਵੀ ਬਚ ਜਾਵੇਂਗਾ। ਜਿਹੜਾ ਮਨੁੱਖ ਦਾ ਜੰਮਣ ਮਰਨ ਹੈ ਉਸ ਤੋਂ ਵੀ ਬਚ ਜਾਵੇਂਗਾ, ਲੇਕਿਨ ਰਸਤਾ ਕੇਵਲ ਇੱਕ ਹੈ, ਸਿਮਰ ਸੁਆਮੀ ਸੋਏ, ਉਸ ਕਰਤਾਰ ਨਾਲ ਜੁੜ ਕੇ। ਵੇਦ ਸਿਮਰਤ ਕਥੈ ਸਾਸਤ, ਭਗਤ ਕਰਹਿ ਵਿਚਾਰ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਿਤਨੇ ਵੀ ਧਰਮ ਗ੍ਰੰਥ ਨੇ, ਜਿਨ੍ਹਾਂ ਨੂੰ ਧਰਮ ਗ੍ਰੰਥ ਕਿਹਾ ਜਾਵੇ, ਜਿਤਨੇ ਵੀ ਧਰਮ ਗ੍ਰੰਥ ਨੇ, ਜਿਤਨੇ ਵੀ ਉਹਨਾਂ ਧਰਮ ਗ੍ਰੰਥਾਂ ਦੇ ਅਨੁਸਾਰੀ ਨੇ, ਜਾਂ ਜਿਤਨੇ ਵੀ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨ ਵਾਲੇ ਨੇ, ਸਾਰੇ ਹੀ ਇਹ ਵਿਚਾਰ ਸਾਹਮਣੇ ਲਿਆਉਂਦੇ ਨੇ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਤੇ ਸਤਿਗੁਰੂ ਕਹਿੰਦੇ ਨੇ ਸਾਰੇ ਹੀ ਇਹ ਗੱਲ ਧਿਆਨ 'ਚ ਲਿਆਉਂਦੇ ਨੇ ਕੀ, ਕਿ ਮੁਕਤ ਪਾਈਐ ਸਾਧ ਸੰਗਤ। ਗੁਰੂ ਸੰਗਤ ਵਿੱਚ ਜੁੜਨ ਵਾਲਾ ਵਿਅਕਤੀ ਹੀ ਜੀਵਨ ਮੁਕਤ ਹੁੰਦਾ ਹੈ। ਬਿਨ ਸਜਾਏ ਅੰਧਾਰ, ਉਹਦਾ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਹੈ। ਸਾਰੇ ਧਰਮ ਗ੍ਰੰਥ ਸਾਨੂੰ ਇਸ ਪਾਸੇ ਪ੍ਰੇਰਨਾ ਕਰਦੇ ਨੇ। ਮੈਂ ਗੁਰੂ ਕੇ ਪਿਆਰੇ, ਗੁਰੂ ਕੇ ਲਾਲ, ਗੁਰੂ ਕੇ ਨਿਵਾਜ਼ੇ ਹੋਏ ਕਵੀ, ਅਸੀਂ ਵਧੇਰੇ ਵਿਚਾਰਾਂ ਫਿਰ ਸ਼ਾਮ ਦੇ ਦੀਵਾਨ 'ਚ ਕਰਾਂਗੇ। ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ। ਕਹਿੰਦੇ ਨੇ ਪਿਆਰਿਓ ਗੱਲ ਸੁਣਿਓ ਜੇ ਮੇਰੀ, ਤੁਸੀਂ ਜਿਹੜੇ ਬਾਕੀ ਕੰਮ ਕਰਦੇ ਹੋ ਨਾ ਸਾਰੇ, ਇਹ ਤੁਹਾਡੇ ਕਿਸੇ ਕੰਮ ਨਹੀਂ ਹੈ। ਸਾਨੂੰ ਹੁਣ ਐਵੇਂ ਕੋਈ ਆਖੇਗਾ ਤੇ ਗੱਲ ਸਾਨੂੰ ਨਾ ਸੂਟੇਬਲ ਜੀ ਨਹੀਂ ਲੱਗੇਗੀ, ਅਸੀਂ ਔਖੇ ਔਖੇ ਜਿਹੇ ਹੋ ਜਾਵਾਂਗੇ। ਤੇ ਮਾਨਯੋਗ ਜੀ ਕਹਿੰਦੇ ਨੇ ਨਹੀਂ, ਮੈਂ ਤੁਹਾਨੂੰ ਰਾਏ ਦਿੰਦਾ, ਤੁਸੀਂ ਉਹ ਕੰਮ ਕਰੋ ਜਿਹੜਾ ਅੱਜ ਵੀ ਤੁਹਾਡੇ ਕੰਮ ਆਵੇ ਤੇ ਸਾਰੇ ਜੀਵਨ ਵਿੱਚ ਤੁਹਾਡੇ ਕੰਮ ਆਵੇ। ਤੁਸੀਂ ਜਿਹੜੇ ਨਾ ਹੋਰ ਕਰਮ ਕਰਦੇ ਹੋ, ਉਹਨਾਂ ਦਾ ਤਿਆਗ ਕਰੋ। ਔਰ ਮਾਨਯੋਗ ਜੀ ਚੇਤੇ ਕਰਵਾਉਂਦੇ ਨੇ, ਕਹਿੰਦੇ ਨੇ ਫਿਰ ਤੁਸੀਂ ਯਾਦ ਨਹੀਂ ਕਰਦੇ ਹੁੰਦੇ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਔਰ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸੰਗਤ ਵਿੱਚ ਜੁੜ ਕੇ ਤੇ ਕੇਵਲ ਕਰਤਾਰ ਦਾ ਆਰਾਧਨ ਕਰੋ, ਕੇਵਲ ਕਰਤਾਰ ਦਾ ਆਰਾਧਨ। ਮਾਨਯੋਗ ਸਿੰਘ ਸਾਹਿਬ ਜਿਸ ਵੇਲੇ ਹੁਣੇ ਅਰਦਾਸ ਕਰ ਰਹੇ ਸਨ, ਆਪਾਂ ਸਾਰੇ ਹੀ ਕਰਦੇ ਹਾਂ ਭਾਵੇਂ, ਪਰ ਇਹ ਵਾਕ ਚੇਤੇ ਰੱਖਣ ਵਾਲਾ ਹੈ। ਜਿਹੜੀ ਅਸੀਂ ਮੰਗ ਕਰਦੇ ਹਾਂ ਤੇ ਖਾਲਸਾ ਜੀ ਦਾ ਭਰੋਸਾ ਹੈ ਕਿ ਐਸਾ ਹੁੰਦਾ ਹੈ। ਕੀ ਭਲਾ ਕਹਿੰਦੇ ਨੇ ਜੀ, ਪ੍ਰਥਮੇ ਇਹ ਵਚਨ ਦੁਹਰਾਏ ਤੇ ਆਪਾਂ ਸਮਾਪਤੀ ਕਰੀਏ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਭ ਤੋਂ ਪਹਿਲਾਂ ਨਾ ਸਮੂਹ ਖਾਲਸਾ ਜੀ ਦੀ ਇਹ ਅਰਦਾਸ ਹੈ। ਕੀ ਅਰਦਾਸ ਹੈ ਭਲਾ? ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ। ਇਹ ਸਾਡੀ ਮੁੱਢਲੀ ਅਰਦਾਸ ਹੈ, ਮੁੱਖ ਅਰਦਾਸ ਹੈ ਸਾਡੀ। ਤੇ ਫਿਰ ਨਾਲ ਐਸਾ ਬਚਨ ਵੀ ਹੈਗਾ, ਅਸੀਂ ਚੇਤਾ ਰੱਖਦੇ ਹਾਂ, ਚੇਤਾ ਕਰਵਾਉਂਦੇ ਨੇ। ਗੁਰੂ ਖਾਲਸਾ ਜੀ ਨੇ ਚੇਤਾ ਕਰਵਾਇਆ ਸਾਨੂੰ। ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ, ਸਾਡੇ ਅੰਦਰ ਉਸ ਦੀ ਸਿਮਰਤੀ ਬਣੀ ਰਵੇ, ਉਸ ਦੀ ਯਾਦ ਬਣੀ ਰਵੇ, ਉਸ ਦਾ ਧਿਆਨ ਬਣਿਆ ਰਵੇ। ਕਹਿੰਦੇ ਕੀ ਹੁੰਦਾ ਹੈ? ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਚਿੱਤੇ ਆਵਣ ਕਾ ਸਦਕਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਰਛਿਆ ਰਿਹਾ ਹੈ। ਚਿੱਤੇ ਆਵਣ ਕਾ ਸਦਕਾ ਦੇਗ ਤੇਗ ਫਤਿਹ, ਬਿਰਦ ਕੀ ਪੈਜ, पंथ की जीत, श्री साहब जी सहाय, और चित्ते आवन का सदका खालसा जी के बोल बाले। कितना कुछ होया पड़ा। ते सतगुरु महाराज ने सानू समझाया, मुकत पाईए साध संगत बिनस जाए अंधार। जदों असी संगत विच जुड़ के करतार दा आराधन करते हैं, केवल करतार दा आराधन करते हैं, साडे अंदर जो ज्ञान पैदा हुंदा है, उस दे नाल ਕਿਸੇ ਪ੍ਰਕਾਰ ਦੇ ਭਰਮਾਂ ਦੇ ਜੰਜਾਲ, ਭਰਮਾਂ ਦੀ ਭਟਕਣ, ਉਹਦੀ ਕੋਈ ਥਾਂ ਨਹੀਂ ਰਹਿ ਜਾਂਦੀ। ਜਿਵੇਂ ਸੂਰਜ ਨਿਕਲਣ ਦੇ ਨਾਲ ਹਨੇਰਾ ਵੀ ਛਿਪ ਜਾਂਦਾ ਹੈ ਤੇ ਤਾਰੇ ਵੀ ਛਿਪ ਜਾਂਦੇ ਨੇ, ਇਸ ਤਰ੍ਹਾਂ ਅੰਤਮ ਬਚਨ ਕੀ ਕੀਤਾ ਜੀ? ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਗੁਰੂ ਕਾ ਸਿੱਖ ਜਿਹੜਾ ਹੈ ਉਹਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਦੇ, ਗੁਰੂ ਪਰਮੇਸ਼ਰ ਦੇ ਚਰਨਾਂ ਦਾ ਆਰਾਧਨ, ਗੁਰਬਾਣੀ ਦਾ ਆਰਾਧਨ, ਗੁਣ ਨਿਧਾਨ ਪਰਮੇਸ਼ਰ ਦੇ ਸ਼ੁਭ ਗੁਣਾਂ ਦਾ ਆਰਾਧਨ, ਇਹੀ ਮੇਰੇ ਜੀਵਨ ਦੀ ਰਾਸ ਪੂੰਜੀ ਹੈ। ਇਹੀ, ਹੋਰ ਨਹੀਂ ਕੁਛ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਔਰ ਇਹ ਚੇਤਾ ਰੱਖਿਓ ਜੇ ਇਹੀ ਸੱਚਾ ਤਾਣ ਹੈ ਵਾਹਿਗੁਰੂ ਜੀ ਦੀ ਓਟ, ਇਹੀ ਸੱਚਾ ਮਾਣ ਹੈ, ਇਹੀ ਸੱਚਾ ਦੀਵਾਨ ਹੈ। ਵਾਹਿਗੁਰੂ ਜੀ ਦੇ ਦਰ ਤੇ ਜਿਹੜੇ ਜੀਵ ਸੁਰਖਰੂ ਹੁੰਦੇ ਨੇ, ਸੱਚਾ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਹਾਂਜੀ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਸਭ ਥਾਵਾਂ ਤੇ ਉਸ ਦਾ ਮਾਣ ਹੈ। ਸਤਿਗੁਰੂ ਜੀ ਮਹਾਰਾਜ ਨੇ ਜ਼ਫਰਨਾਮੇ ਦੇ ਜਾ ਕੇ ਅਖੀਰ ਵਿੱਚ ਫਿਰ ਇਸ ਪ੍ਰਕਾਰ ਦਾ ਬਚਨ ਕਰਦੇ ਨੇ, ਕਹਿੰਦੇ ਨੇ, ਤੁਰਾ ਘਰ ਨਜ਼ਰ ਹਸ ਲਸ਼ਕਰ ਵਾਜ਼ਾਰ। ਜੇ ਤੇਰੀ ਨਜ਼ਰਾਂ ਇਸ ਗੱਲ ਤੇ ਵੀ ਮੇਰੇ ਕੋਲ ਬੜੇ ਖਜ਼ਾਨੇ ਨੇ, ਵਾ ਮਾਰਾ ਨਿਗਾਹ ਯਜ਼ਦਾਂ ਸ਼ੁਕਰ। ਯਜ਼ਦਾਨ ਕਹਿੰਦੇ ਨੇ ਪਰਮੇਸ਼ਰ ਨੂੰ, ਕਰਤਾਰ ਨੂੰ। ਕਹਿੰਦੇ ਨੇ ਅਸੀਂ ਹਰ ਵੇਲੇ ਉਸ ਕਰਤਾਰ ਦੇ ਸ਼ੁਕਰ ਵਿੱਚ ਰਹਿੰਦੇ ਹਾਂ। ਹਰ ਨਾਲ ਅਗਲਾ ਬਚਨ ਫਿਰ ਸਪਸ਼ਟ ਕਰ ਦਿੱਤਾ ਹੋਰ, ਊਰਾ ਗਰੂਰਸਤ ਬਨ ਮੁਲਕੋ ਮਾਲ, ਵਾ ਮਾਰਾ ਪਨਾਸ ਯਜ਼ਦਾਂ ਅਕਾਲ। ਜੇ ਕਿਸੇ ਨੂੰ ਇਸ ਗੱਲ ਦਾ ਗੁਮਾਨ ਹੈ ਮੇਰੇ ਪਾਸ ਮੁਲਕ ਬੜਾ ਹੈ, ਮੇਰੇ ਪਾਸ ਮਾਲ ਪਦਾਰਥ, ਧਨ ਪਦਾਰਥ ਬੜਾ ਹੈ, ਤੇ ਯਾਦ ਰੱਖਿਓ ਜੇ ਸਾਨੂੰ ਇਸ ਗੱਲ ਦਾ ਗਰੂਰ ਹੈ, ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿਨ੍ਹਾਂ ਚਰਨਾਂ ਦੀ ਮੈਂ ਓਟ ਵਿੱਚ ਹਾਂ, ਉਹ ਕਰਤਾਰ ਇਹ ਸਾਰੇ ਮੁਲਕ ਤੇ ਸਾਰੀਆਂ ਮਾਲ ਪਦਾਰਥ ਦੇਣ ਵਾਲਾ ਹੈ। ਜਿਸ ਨੇ ਔਰੰਗਜ਼ੇਬ ਨੂੰ ਇਹ ਸਾਰਾ ਕੁਝ ਦਿੱਤਾ ਹੈ ਨਾ, ਉਹ ਮੇਰਾ ਮਾਲਕ ਹੈ। ਇਸ ਲਈ ਮੈਨੂੰ ਕਿਸੇ ਗੱਲ ਦੀ ਤੋਟ ਨਹੀਂ, ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਸਤਿਗੁਰਾਂ ਨੇ ਆਖਿਆ
ਇੱਕ ਵੇਰਾ ਕਿਰਪਾ ਕਰੋ ਸਾਰੇ ਰਸਨਾ ਪਵਿੱਤਰ ਕਰੀਏ। ਫਿਰ ਇਹ ਅੰਤਲ ਪੰਕਤੀਆਂ ਅੰਤਲੀਆਂ ਪੰਕਤੀਆਂ ਭਾਈ ਸਾਹਿਬ ਦੁਬਾਰਾ ਦੁਹਰਾਉਣਗੇ। ਆਖੋ ਸਾਰੇ ਸੰਗ ਭਜੋ ਗੋਪਾਲ ਸਾਧੂ, ਸੰਗ ਭਜੋ ਗੋਪਾਲ, ਸੰਗ ਭਜੋ ਗੋਪਾਲ ਸਾਧੂ ਸਾਧੂ, ਸੰਗ ਭਜੋ ਗੋਪਾਲ। ਆਣ ਸੰਜਮ ਕਿਛ ਨਾ ਸੂਝੈ, ਆਣ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ, ਇਹ ਜਤਨ ਕਾਟ ਕਲ ਕਾਲ। ਸਾਧੂ ਸੰਗ ਭਜੋ ਗੋਪਾਲ। ਇਹ ਅੱਜ ਦਾ ਮੈਸੇਜ ਹੈ, ਇਹ ਅੱਜ ਦਾ ਸੰਦੇਸ਼ ਹੈ। ਜਿਤਨੇ ਵੀ ਗੁਰੂ ਕੇ ਪਿਆਰ ਵਾਲੇ ਦੂਰ ਦੁਰਾਡੇ ਹੁਮ ਹੁਮਾ ਕੇ ਆਏ ਹੋ, ਮੈਂ ਸਭਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਪਹਿਲਾਂ ਵਾਂਗ ਇੱਥੋਂ ਹੋਰ ਪਦਾਰਥ ਲੈ ਜਾਇਓ ਜੇ ਜੋ ਲਿਜਾਣੇ ਨੇ, ਤੁਸੀਂ ਆਪਣੇ ਬੱਚਿਆਂ ਦੀ ਝੋਲੀ ਵਿੱਚ ਪਾਉਣੇ ਨੇ, ਜੋ ਖੁਸ਼ੀਆਂ ਦੇਣੀਆਂ ਨੇ ਉਹਨਾਂ ਨੂੰ ਲੈ ਜਾਓ। ਲੇਕਿਨ ਸਭ ਤੋਂ ਵੱਡਾ ਕੀਮਤੀ ਪਦਾਰਥ ਹੈ ਅੱਜ ਦਾ ਉਪਦੇਸ਼। ਅੱਜ ਅਸੀਂ ਆਏ ਹਾਂ, ਸਤਿਗੁਰੂ ਮਹਾਰਾਜ ਕੀ ਫਰਮਾਨ ਕਰਦੇ ਨੇ, ਇਹ ਉਪਦੇਸ਼ ਚੇਤੇ ਰੱਖਿਓ ਜੇ। ਅੰਤਮ ਬਚਨ ਆਪਾਂ ਇੱਕ ਵਾਰ ਫਿਰ ਸਰਵਣ ਕਰੀਏ, ਸਮਾਪਤੀ ਕਰੀਏ। ਮੈਂ ਮਾਨਯੋਗ ਸਿੰਘ ਸਾਹਿਬ ਜੀ ਦਾ, ਸਤਿਕਾਰਯੋਗ ਜੀ ਦਾ ਅਤੇ ਸਮੁੱਚੇ ਪ੍ਰਬੰਧ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ। ਆਪ ਸਾਰੀਆਂ ਸੰਗਤਾਂ, ਗੁਰੂ ਰੂਪ ਸੰਗਤਾਂ ਦਾ, ਜਿਨ੍ਹਾਂ ਨੇ ਮੈਨੂੰ ਗੋਦ ਵਿੱਚ ਬਿਠਾ ਕੇ ਤੇ ਇਹ ਸੇਵਾ ਕਰਨ ਦਾ ਅਵਸਰ ਬਖਸ਼ਿਸ਼ ਕੀਤਾ। ਸ਼ਾਮ ਦੇ ਦੀਵਾਨ ਵਿੱਚ ਸਮੇਂ ਅਨੁਸਾਰ ਫਿਰ ਆਪਾਂ ਜੁੜ ਕੇ ਕੁਝ ਹੋਰ ਵਿਚਾਰਾਂ ਕਰਨ ਦਾ ਯਤਨ ਕਰਾਂਗੇ। ਭੁੱਲਾਂ ਦੀ ਖਿਮਾ ਬਖਸ਼ਿਓ ਜੇ। ਆਓ ਪਿਆਰ ਨਾਲ ਪੰਕਤੀਆਂ ਸਰਵਣ ਕਰੀਏ ਜੀ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले